ਜੀੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪੁਰਾਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਬੜ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਬੜ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੈ ਰਹਾਉ, ਅੰਤਰਜਾਮੀ ਕਰਨੈ ਹਾਰਾ। ਸੋਈ ਖਸਮ ਹਮਾਰਾ, ਨਿਰਭਉ ਭੈ ਗੁਰ ਚਰਣੀ ਲਾਗੇ। ਇਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਕਾਲ ਮੂਰਤ, ਪ੍ਰਭ ਹੈ ਭੀ ਹੋਵਨ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਗੁਰਪੂਰਾ ਭੇਟਿਓ, ਸਗਲੇ ਦੁਖ ਵਿਨਾਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਗੁਰਪੂਰਾ ਭੇਟਿਓ, ਸਗਲੇ ਦੁਖ ਵਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਦੇਣ ਕਿਰਪਾਲਤਾ ਦਾ ਸਦਕਾ ਸਤਿਗੁਰੂ ਜੀ ਦੇ ਦਰ ਘਰ ਤੋਂ ਬਰੋਸਾਏ ਮਹਾਂਪੁਰਖ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕਾਨਦਾਸ ਜੀ ਮਹਾਰਾਜ, ਧੰਨ ਧੰਨ ਬਾਬਾ ਮੇਹਰ ਸਿੰਘ ਜੀ। ਮਹਾਂਪੁਰਖਾਂ ਦੀ ਇਹ ਤਪੋ ਭੂਮੀ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਕਉ ਕਬੀਰੇ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਉਹ ਮਹਾਂਪੁਰਖਾਂ ਦੇ ਤਪ ਅਸਥਾਨ 'ਤੇ ਇਸ ਘਰ ਦੇ ਸੇਵਾਦਾਰ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ, ਉਹਨਾਂ ਨੇ ਉਦਮ ਪ੍ਰਚਾਰਿਤ ਕਰਦਿਆਂ ਹੋਇਆਂ ਇਸ ਸਥਾਨ ਨਾਲ ਬੜੇ ਲੰਮੇ ਸਮੇਂ ਤੋਂ ਬੇਅੰਤ ਸਤਸੰਗੀ ਜੁੜੇ ਹੋਏ ਹਨ ਦੇਸ਼ ਪ੍ਰਦੇਸ਼ ਦੇ। ਉਸੇ ਲੜੀ ਵਿੱਚੋਂ ਭਾਈ ਜਸਾ ਸਿੰਘ ਔਰ ਉਹਨਾਂ ਦੇ ਬਜ਼ੁਰਗ ਔਰ ਮਾਤਾ ਪਿਤਾ, ਸਾਰਾ ਹੀ ਪਰਿਵਾਰ, ਕਿਉਂਕਿ ਮੈਨੂੰ ਵੀ ਦੇਖਦਿਆਂ ਅੱਜ ਤਕਰੀਬਨ ਚੌਥੀ ਪੁਸ਼ਤ ਆ ਗਈ ਹੈ ਕਿ ਜਿਸ ਢੰਗ ਨਾਲ ਇਹ ਸਾਰੇ ਸੇਵਾਦਾਰ ਬੜੀ ਵਫਾਦਾਰੀ ਦੇ ਨਾਲ ਸਾਰੇ ਮਾਈ ਭਾਈ ਸੇਵਾ ਕਰਦੇ ਆ ਰਹੇ। ਸੋ ਸਤਿਕਾਰਯੋਗ ਬਾਬਾ ਮਨਜੀਤ ਸਿੰਘ ਜੀ, ਜੋ ਕੁਝ ਦਿਨ ਪਹਿਲਾਂ ਵਾਹਿਗੁਰੂ ਪਿਆਰੇ ਹੋ ਗਏ ਸੀ, ਉਹਨਾਂ ਦੇ ਨਾਲ ਭਾਈ ਜਸਾ ਸਿੰਘ ਜੀ ਨੇ ਮੁੰਡੇ ਨਾਲ ਮੁੰਡਾ ਜੋੜ ਕੇ ਹਰ ਦੁੱਖ ਸੁੱਖ ਦੇ ਵਿੱਚ ਬੜੀ ਵਫਾਦਾਰੀ ਦੇ ਨਾਲ ਸੇਵਾ ਨਿਭਾਈ ਹੈ। ਮਨ ਦੇ ਵਿੱਚ ਇਨਸਾਨ ਦੇ ਬੜੀਆਂ ਰੀਝਾਂ ਹੁੰਦੀਆਂ ਹਨ, ਪਰ ਉਹ ਕੁਝ ਹੁੰਦਾ ਹੈ ਜੋ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ। ਸੋ ਕਈ ਵਾਰੀ ਇਨਸਾਨ ਮਨ 'ਚ
ਬਹੁਤ ਕੋਈ ਸੋਚਦਾ ਚਿੱਤ ਚਾਮ ਦਾ ਵਿੱਚ ਆਕਾਸ਼ ਉੱਡਾਂ, ਕਿਸਮਤ ਆਖਦੀ ਡੋਬਣਾ ਨੀਰ ਤੈਨੂੰ। ਚਿੱਤ ਚਾਮ ਦਾ ਬਾਦਲੇ ਜਰੀ ਨੂੰ, ਕਿਸਮਤ ਆਖਦੀ ਨਹੀਂ ਦੇਵਣੀ ਲੀਰ ਤੈਨੂੰ। ਇਨਸਾਨ ਦੇ ਮਨ ਬੜੀਆਂ ਰੀਝਾਂ, ਔਰ ਗੁਰਸਿੱਖ ਦਾ ਤੇ ਆਮ ਸੰਸਾਰੀ ਜੀਵਾਂ ਦਾ ਬੜਾ ਫਰਕ ਹੈ। ਕਿਉਂਕਿ ਜਿਹਨੂੰ ਸੰਗਤ ਮਿਲ ਜਾਂਦੀ ਹੈ ਉਹਦਾ ਰਸਤਾ ਜਿਹੜਾ ਉਹ ਸੰਸਾਰ ਨਾਲੋਂ ਵੱਖਰਾ ਹੋ ਜਾਂਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਘੇਰੀ, ਬੇਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਾਈ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਬਾਲਹੁ ਨਿੱਕੀ, ਏਤ ਮਾਰਗ ਜਾਣਾ। ਇਹ ਰਸਤਾ ਹੈ ਗੁਰਮੁਖਾਂ ਦਾ। ਸੋ ਸੰਤ ਮਨਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ, ਕਿਉਂਕਿ ਸੰਗਤ ਦਾ ਮਨ ਕਾਫੀ ਟੁੱਟਿਆ ਹੋਇਆ ਸੀ, ਸੇਵਾ ਚੜ੍ਹਦੀ ਕਲਾ ਚੱਲਦੀ ਸੀ, ਮੇਰੇ ਮਨ 'ਚ ਵੀ ਕਦੀ ਨਹੀਂ ਸੀ ਆਇਆ ਕਿ ਜਦੋਂ ਸੇਵਾ ਸਾਰੀਆਂ ਚੱਲਦੀਆਂ ਹੋਣ ਫਿਰ ਮਨ ਸੰਤੁਸ਼ਟ ਹੀ ਹੁੰਦਾ। ਸੇਵਾਦਾਰਾਂ ਨੂੰ ਢਾਲਸ ਦੀ, ਸਾਹਸ ਦੀ ਲੋੜ ਸੀ। ਜਿਵੇਂ ਮਾਤਾ ਪਿਤਾ ਚਲੇ ਜਾਂਦੇ ਆ, ਬੱਚਿਆਂ ਨੂੰ ਆਸਰੇ ਦੀ ਲੋੜ ਹੁੰਦੀ ਹੈ। ਪਤੀ ਚਲ ਜਾਏ, ਇਸਤਰੀ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਰਾਜਾ ਮਰ ਜਾਏ, ਦੇਸ਼ ਦੀ ਪ੍ਰਜਾ ਨੂੰ ਲੋੜ ਹੁੰਦੀ ਹੈ। ਅੱਜ ਇੰਗਲੈਂਡ ਦੀ ਮਹਾਰਾਣੀ ਚੱਲ ਗਈ ਹੈ, 70 ਸਾਲ ਰਾਜ ਕੀਤਾ। 1953 ਤੋਂ ਹੁਣ ਤੱਕ ਸਾਰੇ ਦੇਸ਼ ਵਿੱਚ ਦੇਖ ਲਓ, ਜਿੱਥੇ ਜਿੱਥੇ ਦੇਸ਼ ਮਾਤਮ ਛਾਇਆ ਹੋਇਆ, ਕਿ ਹੁਣ ਤੋਂ ਹੀ ਲੋਕ ਕਿਵੇਂ ਇਕੱਠੇ ਹੋ ਰਹੇ। ਭਾਵ ਚਾਹੇ ਕੋਈ ਰਾਜਾ ਕੋਈ ਜਿਹੜਾ ਚੰਗਾ ਕੰਮ ਕਰ ਜਾਂਦਾ, ਪ੍ਰਜਾ ਚੇਤੇ ਕਰਦੀ ਹੈ, ਉਹਨੂੰ ਸਹਾਰਾ ਮੰਨਦੀ ਹੈ। ਇਸ ਤਰ੍ਹਾਂ ਜਿਹੜੀ ਸਾਧ ਸੰਗਤ ਆ, ਜਦੋਂ ਕੋਈ ਗੁਰਸਿੱਖ ਮਹਾਂਪੁਰਖ ਚਲੇ ਜਾਂਦਾ ਹੈ, ਸਹਾਰੇ ਦੀ ਲੋੜ ਹੁੰਦੀ ਹੈ। ਸੋ ਨੌਜਵਾਨਾਂ ਨੇ ਸਾਰਿਆਂ ਨੇ ਬੜੀ ਰੀਝ ਦੇ ਨਾਲ ਸੇਵਾ ਨਿਭਾਈਆਂ। ਜਿੱਥੇ ਘਰੋਗੀ ਜ਼ਿੰਮੇਵਾਰੀਆਂ ਵੀ ਗ੍ਰਸਤੀ ਸਿੰਘਾਂ ਦੀਆਂ ਹੁੰਦੀਆਂ, ਫਿਰ ਵੀ ਸਮਾਂ ਕੱਢ ਕੇ ਮਹਾਂਪੁਰਖਾਂ ਦੇ ਅਸਥਾਨ ਵਾਸਤੇ ਸੰਗਤ ਨਾਲ ਮਨ ਕਰਕੇ ਜੁੜੇ ਔਰ ਤਨ ਕਰਕੇ ਵੀ ਸੇਵਾ ਨਿਭਾਈਆਂ। ਇਸ ਤਰ੍ਹਾਂ ਇਹ ਚੱਲਦਾ ਰਿਹਾ। ਉਹ ਭਾਈ ਜਸਾ ਸਿੰਘ ਜੋ ਸਰੀਰ ਕਰਕੇ ਅੱਜ ਸਾਡੇ ਦਰਮਿਆਨ ਨੇ, ਉਹਨਾਂ ਦਾ ਪਰਿਵਾਰ ਸੰਗਤ ਦੇ ਵਿੱਚ ਜੁੜਿਆ ਬੈਠਾ ਹੈ। ਭਾਵੇਂ ਇਹ ਸਥਾਨ ਵਿਅੰਗਮ ਸਾਧੂਆਂ ਦਾ ਹੈ, ਔਰ ਜਿੰਨੇ ਵੀ ਸਾਧੂ ਸੰਤ ਗੁਜ਼ਰੇ, ਵੱਡੇ ਮਹਾਂਪੁਰਖਾਂ ਨੂੰ ਛੱਡ ਕੇ ਵੱਡਿਆਂ ਦਾ ਜੋ ਮਰਜ਼ਾਦਾ ਜਲ ਪ੍ਰਵਾਹ, ਬਾਕੀ ਸੇਵਾਦਾਰਾਂ ਦਾ ਰਾਮ ਬਾਗ ਸੰਸਕਾਰ ਦੀ ਕਿਰਿਆ ਹੁੰਦੀ ਰਹੀ। ਉਹ ਭਾਈ ਜਸਾ ਸਿੰਘ ਨੇ ਬੜੀ ਰੀਝ ਦੇ ਨਾਲ, ਦਲੇਰੀ ਨਾਲ, ਸੂਰਮੇ ਬਣ ਕੇ ਸੰਕਟ ਸਮੇਂ ਵੀ ਸਾਥ ਦਿੱਤਾ ਔਰ ਸੇਵਾ ਨਿਭਾਈ। ਅਤੇ ਸੰਗਤ ਨੇ ਮਹਾਂਪੁਰਖਾਂ ਦੀ ਕੱਖੂ ਭੂਮੀ ਵਿਖੇ ਕੁਝ ਦਿਨ ਪਹਿਲਾਂ ਉਹਦੇ ਸੰਸਕਾਰ ਦੀ ਰਸਮ ਕੀਤੀ। ਫਿਰ ਉਹਨਾਂ ਦੇ ਪਰਿਵਾਰ ਨੇ ਆਪਣੇ ਗ੍ਰਹਿ ਵਿੱਚ ਜੋ ਫਰਜ਼ ਬਣਦਾ ਹੈ, ਰਿਸ਼ਤੇਦਾਰ ਸਾਰੇ ਸਮਾਜ ਵਿੱਚ ਰਹਿੰਦੇ ਹਨ, ਉਹਦੀ ਯਾਦ ਵਿੱਚ ਪਾਠਾਂ ਦੇ 7 ਤਰੀਕ ਨੂੰ ਭੋਗ ਪਾਏ। ਅਸਥਾਨ ਨਾਲ ਜੁੜਨ ਕਾਰਨ ਸੋ ਸੰਤ ਬਾਬਾ ਅਮਰਜੀਤ ਸਿੰਘ
और सारे सेवादार, सारिया संगतां ने भाई जस्सा सिंह की सेवा और प्यार नूं मुख रख के अज महापुरखों के अस्थान से गुरुद्वारा साहब विखे सहज पाठ करवा के भोग पवाए। आरती आरते का कीर्तन होया है। पूरी आत्मा की शांति वास्ते अरदास बेनती की है समूह संगत ने, और सतगुरु जी की बख्शिश पवित्र श्री मुखवाक आप सारिया ने सरवण किया है। क्योंकि जो उपजो सो बिनस है, और वो आज कै काल नानक हर गुण गाए ले छाड़ सगल जंजाल। ये जिहड़ा मौत अखर है, ये 3 शब्दों के सुमेल तो बनया है। मम्मा कूड़े नूं उकड़ ते तत्ता। मौत माँ शब्द का अर्थ है मरना, उत का मतलब है उत्पत होना। क्योंकि मरना आया सबना मरना। क्योंकि जिस वेले बच्चे का जन्म होंदा है, आपो अपने धर्म के मुताबिक जो उत्थे दे धार्मिक पुरुष उन्होंने को परिवार वाले जाके अरदास करवाते प्रसाद ले जाके कि ज्ञानी जी अरदास करो बच्चे की उम्र लंबी हो। ये मौत का एक डर है। हुण वो जम्मिया लंबी उम्र की अरदास क्यों, वो मन च पैदा हो गया कि एक दिन मरना है। इस वास्ते अरदास कराई जाती है दीर्घायु होवे, विद्या पढ़े, मापे के नाम उजल करे। ये अरदासां इस वास्ते ये संसार के उत्ते आदि काल तो ये चक्कर चलता है। जोड़े मुख देवते हैं ब्रह्मा विष्णु शिव जी आदि। शिव जी काल का देवता है, विष्णु सारिया की पालना पोसना कर रहा है, ब्रह्मा उत्पत्त कर रहा है। पर गुरु महाराज कहते ये जोड़े देवते हैं ये भी काल के चक्कर विच है। काल पाए ब्रह्मा बवतरा, काल पाए शिवजू अवतरा। काल पाए कर बेसन प्रकाशा, सकल काल का किया तमाशा। जल कहाँ तल कहाँ, गगन के कौन कहाँ। काल के बनाए सुबे, काल ही खपाए। कईयां ने ऐसे बर भी लाए कि मैं कदे भी मरा ना, पर मरना जड़ा एक दिन आ ही गया। इस वास्ते दिन ते पहर पहर ते करियां आओ कटै तन शीजै। काल एरी फिरै बदक जूं, कहो कवन विद कीजै। सो दिन आवन लागा, मात पिता भाई सुतवंता। कहो को है काका। कहते एक नौजवान बच्चे की मौत हो गई। उसकी माता बहुत रुदन कर रही है। भगवान बुद्ध कुदरती उस नगर च गए थे। वो बीबी के रोन चीकण की आवाज़ सुनी। पूछा ये देवी क्यों रो रही हैं। कहने महाराज मेरा नौजवान पुत्र मर गया। कहने लगे जे जिंदा कर दईए। कहते फिर तुहाडे नूं बड़ा साडे लई कौन है। कहते चंगा फिर इउं कर, किसी घर विचों एक छटांग सरों लैके आ, पर शर्त है उस घर चों सरों लियानी है जिस घर च अज तक कोई मरिया ना। वो बेचारी इस इच्छा कि मेरा पुत्र जिंदा कर देंगे संत घर घर के ख्याल वास्ते गई कि थोड़े घर आई थी कोई मरिया तो नहीं, एक छटांग सरों चाहिए है। कहने लगे माई कोई सदैन तो नहीं हो गई।
ਇਹੋ ਜਿਹਾ ਘਰ ਕਿਹੜਾ ਹੈ ਜਿੱਥੇ ਅੱਜ ਤੱਕ ਕੋਈ ਮਰਿਆ ਕੋਈ ਨਾ ਹੋਵੇ। ਮੁੜ ਕੇ ਆ ਗਿਆ। ਬੁੱਧ ਕਹਿਣ ਲੱਗੇ ਤੂੰ ਸਰੋਂ ਲਿਆ ਹੀ ਨਹੀਂ। ਕਹਿੰਦੇ ਮਹਾਰਾਜ ਕੋਈ ਘਰ ਮਿਲਿਆ ਹੀ ਨਹੀਂ ਜਿਸ ਘਰ ਕੋਈ ਮਰਿਆ ਨਾ ਹੋਵੇ। ਕਹਿੰਦੇ ਬਸ ਹੁਣ ਸਬਰ ਕਰ। ਪਰ ਧੰਨ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਵਿੱਚ ਰੋਣੇ ਦੀ ਆਵਾਜ਼ ਆ ਰਹੀ ਸੀ। ਪਾਤਸ਼ਾਹ ਭਾਈ ਬੱਲੂ ਨੂੰ ਕਹਿਣ ਲੱਗੇ ਭਾਈ ਬੱਲੂ ਕੌਣ ਰੋ ਰਿਹਾ? ਕਹਿੰਦੇ ਮਹਾਰਾਜ ਬਿਰਧ ਮਾਤਾ ਉਹਦਾ ਲੜਕਾ ਤੇ ਇਹ ਤਾਪ ਨਾ ਮਰਿਆ। ਮਹਾਰਾਜ ਕਹਿੰਦੇ ਅੱਛਾ ਇਹ ਸਾਥੋਂ ਤਾਂ ਬਰਲਾਪ ਜਰਿਆ ਨਹੀਂ ਜਾਂਦਾ, ਉਹਨੂੰ ਬੁਲਾਓ। ਮਹਾਰਾਜ ਨੇ ਕਿਰਪਾ ਕੀਤੀ, ਜੀਂਦਾ ਕਰਤਾ। ਨਾਲ ਇਹ ਬਚਨ ਦਿੱਤਾ ਕਿ ਜਦੋਂ ਅਸੀਂ ਸਰੀਰ ਕਰਕੇ ਸੰਸਾਰ ਚਲਾਵਾਂਗੇ ਗੋਇੰਦਵਾਲ, ਉਦੋਂ ਤੱਕ ਕਿਸੇ ਵੀ ਮਾਤਾ ਪਿਤਾ ਦਾ ਨੌਜਵਾਨ ਪੁੱਤਰ ਉਹਨਾਂ ਦੇ ਸਾਹਮਣੇ ਨਹੀਂ ਮਰੇਗਾ। ਤੇ ਗੁਰੂ ਗ੍ਰੰਥ ਸਾਹਿਬ ਲਿਆ ਸੁਤ ਭਾਨ ਡਰੋ। ਭਾਨ ਨਾਮ ਹੈ ਸੂਰਜ ਦਾ। ਸੂਰ ਦਾ ਪੁੱਤਰ ਹੈ ਜਮਰਾਜ ਧਰਮ ਰਾਜਾ। ਕਹਿੰਦੇ ਉਹ ਡਰਦੇ ਨੇ ਗੋਇੰਦਵਾਲ ਦੇ ਵਿੱਚ ਪੌਂਖਾ ਨਹੀਂ ਪਾਇਆ। ਇਹ ਤਾਂ ਧੰਨ ਗੁਰੂ ਮਹਾਰਾਜ ਸਮਰੱਥ ਪੁਰਸ਼ਾਂ ਦੇ ਬਚਨ ਹੈ। ਸੋ ਸਾਧ ਸੰਗਤ ਜੀ, ਇੱਕ ਦਿਨ ਇਹ ਸਾਰਿਆਂ 'ਤੇ ਆਉਣਾ ਹੈ। ਕਰਨ ਬੜਾ ਦਾਨੀ ਸੀ। ਮਹਾਰਾਜ ਕਹਿਣ ਲੱਗੇ ਕਰਨ ਤੇਰਾ ਸੰਸਕਾਰ ਕਿੱਥੇ ਕਰੀਏ? ਕਹਿੰਦੇ ਮਹਾਰਾਜ ਜਿੱਥੇ ਅੱਜ ਤੱਕ ਕਿਸੇ ਦਾ ਸੰਸਕਾਰ ਨਾ ਕੀਤਾ ਹੋਵੇ। ਮਹਾਰਾਜ ਕਹਿਣ ਲੱਗੇ ਇੱਕ ਕਦਮ ਥੱਲੇ ਰਾਜੇ ਦਾ ਸਿਰ ਆ, ਇੱਕ ਥੱਲੇ ਵਜ਼ੀਰ ਦਾ ਸਿਰ। ਇਹ ਸਾਰੀ ਧਰਤੀ ਕਬਰਸਤਾਨ ਸ਼ਮਸ਼ਾਨ ਭੂਮੀ। ਕਹਿੰਦੇ ਮਹਾਰਾਜ ਆਪ ਜੀ ਨੇ ਬਚਨ ਦਿੱਤਾ ਸੀ। ਇਹ ਭਗਵਾਨ ਕ੍ਰਿਸ਼ਨ ਚੰਦਰ ਜੀ ਮਹਾਰਾਜ ਜੀ ਨੇ ਬਰਾਟ ਰੂਪ ਧਾਰ ਕੇ ਆਪਣੇ ਹੱਥ 'ਤੇ ਚਿਖਾ ਬਣਾ ਕੇ ਸੰਸਕਾਰ ਕੀਤਾ। ਗੱਜ ਕੇ ਬੋਲੋ। ਪ੍ਰੇਮੀ ਵਾਸਤੇ ਭਗਵਾਨ ਸਾਰਾ ਕੁਛ ਕਰ ਲੈਂਦੇ, ਕਰ ਸਕਦੇ। ਸਮਰੱਥ ਪੁਰਸ਼ ਹੈ। ਇਹ ਕੀਰਤਪੁਰ ਵਿੱਚ ਬ੍ਰਾਹਮਣੀ ਦਾ ਲੜਕਾ ਗੁਜ਼ਰਿਆ ਸੀ। ਮਹਾਰਾਜ ਕਹਿੰਦੇ ਕੋਈ ਸਿੱਖ ਹੈ ਭਾਈ ਭਗਤੂ ਦਾ ਪੁੱਤਰ ਭਾਈ ਜੀਵਨ, ਹੁਣ ਪ੍ਰਾਣ ਤਿਆਗ ਕੇ ਉਹ ਜਿੰਦਾ ਹੋ ਗਿਆ। ਬਾਬਾ ਗੁਰਦਿੱਤਾ ਜੀ ਨੇ ਜਿੰਦਵੜੀ ਦਾਨ ਤੇ ਮਰੀ ਉਹ ਗਾਂ ਜਿੰਦੀ ਕੀਤੀ। ਬਾਬੇ ਅਟਲ ਨੇ ਸੋਇਨੀ ਖੱਤਰੀਆਂ ਦਾ ਪੁੱਤਰ ਲੂਣ ਜੀ ਦਾ ਕੀਤਾ। ਪਰ ਪਰਮੇਸ਼ਰ ਦੇ ਭਾਣੇ 'ਚ ਦਖਲ ਦੇਣ ਦੇ ਕਾਰਨ ਪਾਤਸ਼ਾਹ ਕਹਿਣ ਲੱਗੇ ਇੱਥੇ ਤਾਂ ਰੋਜ਼ ਰਾਜਿਆਂ ਦੇ ਪੁੱਤਰ ਮਰਨਗੇ, ਰੋਜ਼ ਸੀੜੀਆਂ ਲੈ ਲੈ ਆਈ ਜਾਣਗੇ। ਇਹ ਮਰਜ਼ਾਦਾ ਦੀ ਉਲਟ ਜਾਂ ਤੁਸੀਂ ਰਾਹ ਜਾਓ ਸੀ। ਫਿਰ ਉਹਨਾਂ ਨੂੰ ਸਮਾਉਣਾ ਪਿਆ ਸੀ। ਇਹ ਇਤਿਹਾਸ ਵਿੱਚ ਬੜੇ ਪ੍ਰਸੰਗ ਆਉਂਦੇ, ਪਰ ਸੰਸਾਰ 'ਤੇ ਕਿੱਥੋਂ ਪੰਜਾ ਕਹਿ ਰਹੇ ਕਹਿ ਮਾਹੀ ਸੁਣਾਏ। ਇਹ ਜੀਵ ਕਿੱਥੋਂ ਪੈਦਾ ਹੋਇਆ, ਕਿਹਦੇ ਆਸਰੇ ਰਹਿ ਰਿਹਾ, ਮਰਨ ਤੋਂ ਬਾਅਦ ਹੀ ਕਿੱਥੇ ਚਲੇ ਜਾਂਦਾ ਹੈ। ਮਨਮੁਖ ਆਪਣੇ ਕਰਮਾਂ ਨੂੰ ਜਿੰਨੇ ਨਰਕ ਭੋਗਦੇ, ਔਰ ਜਿਹੜੇ ਗੁਰਮੁਖ ਪੁੰਨੀ ਆ ਕੋਈ ਸਵਰਗਾਂ ਚਲੇ ਜਾਂਦੇ ਆ, ਜਿਹੜੇ ਨਿਸ਼ਕਾਮ ਉਹ ਸੱਚਖੰਡ ਜਾਂਦੇ। ਇਹ ਜੁਦੀ ਜੁਦੀ ਗਤੀ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਸੋ ਉਹਨਾਂ ਦੇ ਮਾਤਾ ਜੀ ਦਿਨ ਜਦੋਂ ਗ੍ਰਹਿ ਵੇਖੇ ਗਏ ਮਿਲੇ, ਕਹਿਣ ਲੱਗੇ ਮਾਤਾ ਦਾ ਪ੍ਰੇਮ ਇੱਕ ਪੁੱਤਰ ਨਾਲ ਅਨੋਖਾ ਹੁੰਦਾ। ਕਹਿਣ ਲੱਗੇ ਕਿ ਮੇਰੇ ਪੁੱਤ ਨੂੰ ਰੋਟੀ ਵੀ ਮਿਲੀ ਹੈ ਕਿ ਨਹੀਂ? ਮਾਤਾ ਦਾ ਹਿਰਦਾ ਐਸਾ। ਕਹਿੰਦੇ ਉਹ ਮਾਤਾ ਸੀ, ਉਹਦਾ ਪੁੱਤਰ ਕੋਈ ਦੁਰਾਚਾਰ ਵਿੱਚ ਪੈ ਗਿਆ। ਉਹ ਜਿੱਥੇ ਗਲਤ ਜਗ੍ਹਾ ਜਾਂਦਾ ਸੀ, ਉਹ ਬੀਬੀ ਕਹਿਣ ਲੱਗੀ ਜਦ ਤੱਕ ਇਹ ਬੁੱਢੜੀ ਜਿੰਦੀ ਆ ਉਦੋਂ ਤੱਕ ਮੈਂ ਤੇਰੇ ਘਰ ਨਹੀਂ ਬਸ ਸਕਦਾ। ਉਹ ਬਸ ਬਕਾਰ ਵਿੱਚ ਨਾ ਹੋਇਆ। ਮਾਤਾ ਨੇ ਉਡੀਕਦੇ ਵੀ ਪੁੱਤ ਸਵੇਰ ਦਾ ਕਿੱਥੇ ਰਿਹਾ, ਪਤਾ ਨਹੀਂ ਰੋਟੀ ਖਾਧੀ ਕਿ ਨਹੀਂ, ਮੈਂ ਤੈਨੂੰ ਉਡੀਕਦੀ ਹਾਂ, ਖਾ ਕੇ ਖਲੋਣੀ ਆ। ਔਰ ਹੁਣ ਛੁਰਾ ਫੜਿਆ ਸੀ, ਹੁਣ ਕਾਲਜੇ ਮਾਰ ਕੇ ਕਾਲਜਾ ਕੱਢ ਕੇ ਦਈ ਜਾ ਰਿਹਾ ਉਸ ਇਸਤਰੀ ਲਈ ਜਿਹੜੀ ਕਹਿੰਦੀ ਜਦ ਤੱਕ ਬੁੱਢੀ ਜਿੰਦੀ ਹੈ
ਪੋਤੰਗ ਤੇਰੇ ਵਸ ਨਹੀਂ ਸਕਦੀ। ਦੌੜਾ ਜਾਂਦਾ ਕਾਲਜਾ ਹੱਥੋਂ ਡਿੱਗ ਪਿਆ। ਮਾਤਾ ਦੇ ਕਾਲਜੇ ਵਿੱਚੋਂ ਆਵਾਜ਼ ਆ ਰਹੀ ਹੈ, ਬੇ ਪੁੱਤ ਤੂੰ ਭੁੱਖਾਂ ਰੋਟੀ ਖਾਧੀ ਕਿ ਨਹੀਂ। ਮਾਤਾ ਦਾ ਹਿਰਦਾ ਐਸਾ ਹੁੰਦਾ। ਸੋ ਮਾਤਾ ਭਾਈ ਜੱਸਾ ਸਿੰਘ ਜੀ ਮੈਨੂੰ ਪ੍ਰਸ਼ਨ ਕਰ ਰਹੀ ਹੈ ਕਿ ਸੰਤ ਜੀ ਇਹ ਦੱਸੋ, ਮੇਰਾ ਪੁੱਤ ਭੁੱਖਾ ਤਾਂ ਨਹੀਂ। ਮੈਂ ਬੇਨਤੀ ਕੀਤੀ, ਮਾਤਾ ਜੀ ਜਿਸ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਲਿਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਆਸਰਾ ਲੈ ਲਿਆ, ਔਰ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀਆਂ ਦੇ ਅਸਥਾਨ ਦੀ ਸੇਵਾ ਕਰਕੇ ਮਹਾਂਪੁਰਖਾਂ ਦੀ ਸੰਗਤ ਦੀ ਅਸ਼ੀਰਵਾਦ ਲੈ ਲਈ, ਉਹ ਕਦੇ ਭੁੱਖਾ ਨਹੀਂ ਰਹਿ ਸਕਦਾ। ਉਹਦੇ 'ਤੇ ਮਹਾਰਾਜ ਦੀ ਕਿਰਪਾ ਹੁੰਦੀ। ਸੋ ਇਸ ਕਰਕੇ ਪਰ ਮਾਤਾ ਦਾ ਹਿਰਦਾ ਐਸਾ ਹੀ ਹੁੰਦਾ ਹੈ। ਸੋ ਇਸ ਕਰਕੇ ਅੱਜ ਅਸੀਂ ਉਸ ਗੁਰਮੁਖ ਪਿਆਰੇ ਦੀ ਯਾਦ ਵਿੱਚ ਬੜੇ ਬਰਾਗ ਵਿੱਚ ਬੈਠੇ ਹਾਂ। ਮੌਤਾਂ ਪਿੰਡਾਂ ਵਿੱਚ ਹੁੰਦੀਆਂ। ਕੱਲ੍ਹ ਦੀ ਗੱਲ ਹੈ, ਸਾਡੇ ਉੱਥੇ ਹਸਪਤਾਲ 'ਚ ਕੋਈ ਮਰ ਗਿਆ ਅਤੇ ਉਹਦੀ ਲਾਸ਼ ਲੈਣ ਨਹੀਂ ਕੋਈ ਆਇਆ। ਅਖਬਾਰ 'ਚ ਵੀ ਛਪਿਆ ਸੀ। ਪਰ ਅੱਜ ਇੰਨੀ ਸੰਗਤ ਸੰਸਕਾਰ ਵਾਲੇ ਦਿਨ ਉਹਨਾਂ ਦੇ ਨਗਰ ਗ੍ਰਹਿ ਵਿਖੇ ਮਹਾਂਪੁਰਖਾਂ ਦੇ ਸਥਾਨ 'ਤੇ ਇਹ ਆਮ ਜਨਰਲ ਲੋਕਾਂ ਦਾ ਇਕੱਠ ਨਹੀਂ, ਜਿਹੜੇ ਆਪ ਜੀ ਬੈਠੇ ਆ, ਇਹ ਸਾਰੇ ਗੁਰਸਿੱਖ ਇੱਕ ਦੂਏ ਇੱਕ ਚੜ੍ਹਾਉਂਦੀਆ ਕੌਣ ਜਾਣੇ ਮੇਰਾ ਨਾਮ ਜੀਓ। ਸਾਰੇ ਮਹਾਂਪੁਰਖਾਂ ਦੇ ਇੱਕ ਦੂਏ ਤੋਂ ਵੱਧ ਪਿਆਰੇ ਆ। ਇਹ ਨਰੋਲ ਪ੍ਰੇਮ ਦੇ ਵਿੱਚ ਆਏ ਬੈਠੇ ਮਾਈ ਭਾਈ ਜੀ ਨੇ। ਹੁਣ ਦੇਖੋ, ਚਲੋ ਸਾਡਾ ਤਾਂ ਬੱਚਾ ਸੀ, ਸਾਡੇ ਨਾਲ ਸ਼੍ਰੀ ਤਰਨ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੰਗਤ ਆਈ, ਗੁਰੂ ਦੀਆਂ ਨਗਰੀਆਂ ਤੋਂ। ਸੋ ਇਸ ਵਾਸਤੇ ਜਦੋਂ ਜੋ ਹਰ ਕਾ ਪਿਆਰਾ ਸੋ ਸਭ ਕਾ ਪਿਆਰਾ, ਜੋ ਮਹਾਰਾਜ ਦੇ ਘਰ ਦਾ ਪ੍ਰੇਮੀ ਬਣ ਜਾਂਦਾ, ਜਿੱਥੇ ਤੇ ਸੰਗਤ ਹੈ ਉੱਥੇ ਤੇ ਪ੍ਰੇਮੀ ਬਣ, ਉੱਥੇ ਦੀ ਸੰਗਤ ਉਹਦੇ ਨਾਲ ਪਿਆਰ ਕਰਨ ਲੱਗ ਜਾਂਦੀ। ਸੋ ਇਸ ਵਾਸਤੇ ਅੱਜ ਅਸੀਂ ਉਹਦੀ ਯਾਦ ਵਿੱਚ ਬੈਠੇ ਹਾਂ ਕਿ ਸੱਚੇ ਪਾਤਸ਼ਾਹ ਕਲਯੁਗ ਜੀਵਿਆਂ, ਕਲਯੁਗ ਦਾ ਪ੍ਰਭਾਵ ਬਹੁਤ ਹੈ। ਉਹ ਇਕੱਲੇ ਹੀ ਗ੍ਰੰਥ ਪੜ੍ਹ ਰਹੇ ਸੀ ਅਤੇ ਮਹਾਰਾਜ ਬੈਠੇ ਸੀ। ਬਹੁਤ ਭਿਅੰਕਰ ਸੂਰ ਆ ਗਿਆ। ਮਹਾਰਾਜ ਨੇ ਡੰਗ ਚੱਕ ਲਏ, ਕਹਿਣ ਲੱਗੇ ਕੌਣ ਹੈ। ਇੱਕਦਮ ਮਨੁੱਖ ਦਾ ਰੂਪ ਧਾਰਿਆ, ਕਹਿਣ ਲੱਗਾ ਮੈਂ ਕਲਯੁਗ ਹਾਂ। ਕਹਿੰਦੇ ਤੁਸੀਂ ਲੋਕਾਂ ਨੂੰ ਧਰਮ ਨਾਲ, ਸੰਗਤ ਨਾਲ, ਨਾਮ ਬਾਣੀ, ਸੇਵਾ ਸਭ ਨਾਲ ਜੋੜੀ ਜਾਂਦੇ ਆ, ਮੇਰਾ ਰਾਜ ਹੈ। ਮਹਾਰਾਜ ਕਹਿੰਦੇ ਤੇਰਾ ਰਾਜ ਹੋਏਗਾ, ਸਾਡਾ ਤੇਰੇ ਰਾਜ ਨਾਲ ਕੋਈ ਤਵਲਕ ਨਹੀਂ। ਅਸੀਂ ਤੇਰੇ ਰਾਜ ਦੀ ਪ੍ਰਜਾ ਨਹੀਂ, ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਰਾਜ ਦੇ ਸੇਵਾਦਾਰ ਹਾਂ। ਉਦੋਂ ਭੱਜ ਗਏ। ਸੋ ਇਸ ਵਾਸਤੇ ਜਿਹੜੇ ਸਮਰੱਥ ਪੁਰਸ਼ ਹੈਗੇ ਆ, ਉਹਨਾਂ ਦੀਆਂ ਕਥਾ ਕਹਾਣੀਆਂ ਬੜੀਆਂ ਅਲੌਕਿਕ ਹੁੰਦੀਆਂ। ਸੋ ਇਸ ਲਈ ਮਹਾਰਾਜ ਕਹਿੰਦੇ ਸੀ ਕਿ ਜਿੱਥੇ ਕਿਸੇ ਗਿਆਨਵਾਨ ਦਾ ਪਹਿਰਾ ਤਪੱਸਿਆ ਹੁੰਦੀ ਹੈ, ਉੱਥੇ ਇੰਨੇ ਕੋਹਾਂ ਤੱਕ ਆਰਾਮ ਕਾਰ ਵਿਛੀ ਹੁੰਦੀ ਹੈ। ਆਰਾਮ ਕਾਰ ਉਹਦੇ ਅੰਦਰ ਜਿਹੜਾ ਆ ਜਾਂਦਾ ਨਾ, ਉਹ ਫਿਰ ਜਮਾਂ ਦੀ ਮਾਰ ਤੋਂ ਬਚ ਜਾਂਦਾ। ਇਸ ਕਰਕੇ ਇਹ ਮਹਾਰਾਜ ਦੀ ਤਪੋ ਭੂਮੀ ਹੈ। ਉਸ ਦਿਨ ਅਸੀਂ ਇੱਥੇ ਆਏ ਸੁਗਰਾਮ 'ਤੇ, ਉਹ ਥਾਣੇਦਾਰ ਪਰਿਵਾਰ ਆ, ਉਹ ਲੜਕੀ ਕਾਫੀ ਨਿਤਨੇਮ ਹੈ, ਉਹ ਸੰਗਤ ਦੇ ਨਾਲ ਉਹ ਵੀ ਆ ਗਈ।
कहती महाराज कि उस धरती में बड़ी तपस्या, 3 दिन अपने आप ही सिमरन चली गई। गज के बोलो, ये तपो भूमि है, इत्थे सारे बैठे हैं। और एक दिन ये मुसाफर खाना है संसार, गोयल आया गोयली, क्या डंप पसार, मोह मुन्नी चलना तू संभल कर बार, क्या तू रता ग्रस्त्यों सब फुलों की बागात, मेरी मेरी क्या करे जिन दिया सो प्रभ लोट, सर पर उठी चलना छड़ जासी लख को। चले जाना है, जैसा सिंह भी चले गया, पर अज महापुरखों के स्थान के उत्ते ये दोबारा उसकी अरदास हो रही। एक बारी घर, एक बारी जिस दिन संस्कार होया, अज उन्होंने चरणों गुरुद्वारा साहब विखे, तो जिस दिन अलाणियां का पाठ, उस वेले भी आरंभता पाठ वेले भी अरदास, ये महापुरखों के। सो इस वास्ते परिवार नूं ते बड़ी तगड़ी सट बजी है। उन्होंने घरों बीबी जी नूं, बच्चों नूं काफ़ी जिम्मेवारियां होंदियां, जड़ियां पूरियां गृहस्थ आश्रम करन वालियां होंदियां। इधर संगत नूं भी काफ़ी घाटा महसूस हो रहा, क्योंकि पिछे लग के सेवादार सेवा करनी है तो भी औखी करते हैं, पर मोहरे होके एक जिम्मेवार बन के सेवा नूं परिवारक जिम्मेवारियां निभाउंदियां होइयां समय तो समा कढ़ के फिर सेवा विच खड़ना, ये गुरु महाराज कृपा करे, ये सेवा उसदे विरसे च आउंदी है। ये नहीं कि चलो साडा कोई बच्चा सी, मैं तो कोई उस्तत वडियाई कर रहा, क्योंकि माँ पे होए तो उन्होंने बच्चे उन्होंने हथों तरक्की करन, खुशी होंगी। हम जो अमृत जी सुनी सेवा करते हैं, बाबा हरचंद सिंह जी मेरे वो भरावां दे थान सी, सानू कदी इतराज नहीं होया, ये बच्चे सेवा करते। सेवा एक दिन करनी है, जे साढ़े होंदियां चाहे धार्मिक तौर पर चाहे संसारी तौर पर साढ़े बच्चे जिम्मेवारी की पंड चाके सेवा करते, सानू खुशी हो रही। चलो साढ़े होंदे संभालता रहे। सो इस वास्ते भाई जैसा सिंह के मन में बहुत वड्डियां रीझां सी। अज दुख इस गल का नहीं कि वह शरीर छड़ गया, दुख इस गल का कि जड़ियां गल्लां वो करनियां करवाउणियां चाहुंदा सी, वो भावना विच रह गया। जानदा नहीं दुख, ये तो जाना ही नहीं। एक दिन सब ने जाना, सब ने सौरे बंझना, सब मकलावन हाथ, ये जाना है। पर उहदे मन जड़ियां रीझां सी वो दुनियावी नहीं सी, वो अपनी स्वार्थी लालच दियां नहीं सी, वो जनता दियां पब्लिक दियां संगत दियां सी कि मैं हुण फ्री हो गया, बच्चे बच्चियां सैटिया, तो मैं हुण बिल्कुल अटंक हो के जो हुक्म करोगे वो सेवा करांगा। पर साड़ी तुसीं बांह फड़ो। मैं कहा अज तुसीं गुरु नानक पातशाह के चरणों च आए सारे सेवादार। गुरु नानक पातशाह सारे संसार के गुरु, सारियां बख्शां इत्थों ही लैंदे सारे महापुरख। अज महाराज के चरणों च तुसीं आए हैं। महाराज लोक च भी परलोक च भी बांह फड़नगे,
वो तो अपना जीवन सफल कर गया, पर जड़ियाँ रीझां सी हुण ये सेवादार संगत च बैठे आ, जे कल्ले कला ना लियांगा, जिहदा ना लिया इतराज न करन। तुहाडे सामने उन्हें अपनी रीझां प्रगट कीतियां, वो पूरियां कर लईआं। उहदी आत्मा इस गल विच खुश होएगी कि जिहड़ा मैं संकल्प गुरु नानक पातशाह के चरणों च बह के कीता सी, वो संगत पूरा कर रही है। सो इस वास्ते महाराज सच्चे पातशाह ने बहुत मेहर की है, कृपा की है। तुसीं सारे सत्संगी हैं और शरदा के पुतले हैं, और महाराज ने तुहानूं अपना सच्चा ते सुच्चा प्यार बख्शिया होया। माता पूर्ण कौर हुंदी सी सरदार करम चंद दे घरों हरकुआल। महाराज का हुक्म हुंदा ने सूरज छिपण तो बाद किसी सेवादार ने पिंड च नहीं जाना। रात के 12 बजे बाबा जी नूं कहंदे, बाबा जी नगर च जाना। कहंदे महाराज कारण? कहंदे उत्थे दसो। माता जी बसुरत पए सी ते दसिया कि महाराज आए, नेत्र खोले। महाराज ने आप शब्द जो पाया तो प्राण त्याग गया। आ गया बाबा जी, कहते महाराज की कौतुक? कहते ने सेवा तो बहुत की सी, ये को हुण प्रमाण पत्र नहीं सी। ना इन्हें पूछया ना ही दसिया कि ढोल ते डगा मारो फेर ही आ। महापुरखों का भी मैं कई बारी रह जाती। कहते साड़ी इन्नी सेवा की, सचखंड के बूहे ते जाती सी, वो जोड़े उत्थे करिंदे खड़े कहते प्रमाण पत्र ये रुकावट सी। कहते असीं उस वेले रमन कर रहे सी, देखा कि साड़ी सेवा जदों असीं जंगल जा के रहे, माता मालन पटराने तो और ये हरकुआल तो इस बीबी ने लंगर की सेवा जद तक शरीर सी नवाई ते तां देखो महापुरख इत्थे तक ख्याल करते हैं। जिन्हें लड़ फड़िया सब का ख्याल करते हैं। सो इस करके नौजवान भाई जस्सा सिंह वाहिगुरू प्यारे हो गए, उन्हों की याद में ये समागम है। आओ हम शब्द के विचार सुनिए, क्योंकि बहुत सारे और भी प्रोग्राम संगत ने करने होंगे। अज भी शायद दूरों नेड़ों रिश्तेदार भी आए हों और इस तरह सारे बिहार करने पैंदे है, समय के नाल ही चलना पैंदा है। सोरठ महला पंजवा। सोरठ राग की बाणी है। पंजवें सतगुरु जी कृपालता करते हैं। गुर पूरा भेटियो बड़ भागी, मन है पया प्रगस। पूरा गुरु जिहड़ा ना वो बड़िया भागां नाल भेटियो मिलता प्राप्त होंदा। पूरा गुरु जिहड़ा वो लजना नहीं पैंदा। जदों महाराज फौज गए, सूबेदार ज्वाला सिंह ने पूछा महाराज कि हुण तां तुहाडे दर्शन इत्थे करदे मरदान, पंजाब जावांगे उत्थे कोई दसो आप जी वर्गा। कहण लगे तेरी फौज नवां रंगरूट तेरा सरनामी आया उन्होंने लै आया। जिहड़े सूबेदार ने कहा, कहंदे मैं तां संतां तो कदी गया नहीं, गए ना। बाहर ने दसिया धन धन बाबा आया सिंह महाराज जी ने ये गल कही है। कहंदे उन्होंने कहते तुसीं नहीं जानते, मैं जानदा, असीं जानते। फिर सूबेदार से लैके गए
तो महाराज ने अखां नाल अखां रलाइयां। अमृत वचन की पृष्ठ कर कृपा दृष्ट के साथ ऊप पै विचरत पयो बिरथा ना साध मलाओ। कई दिन फिर बसुध पै रहे। कहते महाराज को लंगर पानी जल पानी कहते कहते मैं जानता नहीं, जदों कह जान गया उदों छड्डांगे। फिर कहते हुण नौकरी नहीं करनी, कहते 5 साल होर सेवा लेनी तेरी संग कईयां दी कल्याण होएगी। सो पूरा सतगुरु पूरा महापुरख ये भागां दे नाल मिलदा है। तो जे पूरा गुरु मिल जाए ये बचन का अधिकारी हो के सेवा करे ना, मन है भया प्रगासा, उन्होंने हिरदे च फिर ज्ञान का प्रकाश हो जाता है। कोई ना पहुँचन हारा दूजा, उन्होंने इन्नी समर्था महाराज दे देंदे है, उन्होंने बराबर दूजा कोई होर पहुँच रखने वाला नहीं होता। अपने साहिब का प्रवासा, क्योंकि उन्होंने अपने साहिब का प्रवासा भरोसा होंदा। डमेली इकट्ठे हुए महाराज कहते बाबे बिहाले वालियां नूं कि संत दलीप सिंह की उम्र मुक गई, ये बड़े परोपकारी है, बाबा जी उम्र दो। कहते कल दसा, कल आया कहते असी 5 साल दी। कहते बाबा जी तो थोड़ी है, कहते मैं तो इन्ना ही कर सकदा, तुसीं करो। महाराज कहते 10 साल असीं देती, 15 साल फिर, क्योंकि उन्होंने बराबर होर कोई पहुँच रखने वाला नहीं। समर्थ पुरुष जिहड़े इस करके अपने साहिब का प्रवासा, उन्होंने अपने साहिब का भरोसा होंदा। जां का कहिया दरगाह च, जिवें एसडीएम वह तहसील से चलती है, DC की जिले च MLA कोई होर बड़ा हल्का जिमें जिमें वजीर कोई प्राइम मिनिस्टर देश में, जिहड़ा संत है उसकी दरगाह तक चलते, इत्थे दा बोलिया परमात्मा की दरगाह तक जाता, एडी ताकत होंदी, क्योंकि उन्होंने अपने साहिब का भरोसा होंदा। अपने सतगुर कै बलिहार है, असीं अपने सतगुरां तो बलिहार जाते। आग्या सुख पातशाह सुख सैन, अगे जिहड़े सानूं आ सुख मिले है ये भी उसकी किरपा न, पिछों परलोक दे जिहड़े सुख है ये भी उसकी बख्शिश नाल ही है। ते सहज बिरती जिहड़ी है ये भी उसकी किरपा नहीं है। घर आनंद हमारे, साढ़े घर में सदा ही आनंद खुशियाँ मंगलचार, कोई कलेश है ही नहीं। रहो अंतरजामी करने वो कैसा है, अंदर दियां गल्लां बुझ लैण वाला, करने हारा सारे कारणों करने वाला, सोई खसम हमारा, वो साडा मालक है। एक बीबी विधवा हो गई, महाराज आके रोन लगी। महाराज ने आशीर्वाद का हाथ सीस से रख, कहते असीं इस लोक च भी परलोक च भी रखे। कोल कोई महापुरुष सी कहन लगे महाराज तुहाडी उम्र बिरध हो चुकी है, एवें बचन दे दिता है। तो महाराज कहते जदों तुसीं अपने जिग्यासू नाल गल करदे असीं कदी दखल नहीं दिंदे, जदों असीं करदे हैं तुहातों गल बर्दाश्त नहीं। कहते कि सानूं तुसीं शरीर समझदे कि आत्मा समझदे? गज के बोलो। कहते महापुरुष शरीर नहीं होंदे, वो जोत स्वरूप अजल से उन्हों की जिहड़ी वो आत्मा तो सदा ही अमर रहन वाली है। न जाए ते मेरे ते बा कदाचन एम भूतवा बवदा बाना भुजा अजो निता शाश्वतो न हनुमंते हनुमाने शरीरे। शरीर दे नास होना नास थोड़ी होंगी, जमन मरण तो आउंदी ही नहीं है। महाराज कहते असीं शरीर नहीं, असीं आत्मा जोत स्वरूप। इस करके जिहड़ा इस अवस्था पहुँच जाए वही वचन दे सकदा कि मैं लोक परलोक की रखिया करांगा।
दूसरा तो नहीं ना कर सकता। इस करके महाराज कहते वो साडा मालक है। बीबी नूं फिर तरवास आ गई भी वाकया ही महाराज हुण मेरे रखवाले हो गए, आशीर्वाद देती है तो हुण मैनूं कोई चिंता नहीं है। निरभौ पै गुर चरणी लग। वो फिर गुरसिख जदों महापुरखां ने जिम्मेवारी चक लई फिर निरभौ हो जाते, महाराज चरनी लग जाते। एक राम नाम आधार, एक परमेश्वर के नाम का उन्होंने आधारा आसरा होंदा। आखिरी बेनतियां सफल दर्शन, उन्हों का दर्शन सफल है। अकाल मूर्त, उन्हों का जोड़ा स्वरूप काल तो रहत है। प्रभ है भी होवनहार, वो परमेश्वर पिछे भी सी हुण अगे भी होने वाला है। कंठ लगाए अपने जन राखे। देखो शेरनियाँ बच्चे नूं चक के ले जाती है, दंद वजन दिंदी, दूए वास्ते किन्ने सख्त है। इस तरह दुष्टां वास्ते भगवान वर्गा करड़ा कोई नहीं, प्रेमियों वास्ते नरम भी बहुत है। अपने प्यारिਆਂ ਨੂੰ कंठ गल ला के रखता, अपनी प्रीत प्यारा, वो प्यारा अपने भगतां नूं अपनी प्रीत बख्श दिंदा। प्रतीत भी तो प्रतीत भी, एक तो प्रीत है ना, एक प्रतीत है। प्रतीत भरोसा भी दिंदा। बड़ी वड्याई, उसकी वड्याई बहुत वड्डी है। अचरज शोभा, उसकी शोभा भी बड़ी आश्चर्य है। कारज आया रसे, ਜਿਹੜੇ ਉਹਦਾ आसरा ले लेंदे ना, ਉਹਨਾਂ ਦੇ ਸਾਰੇ ਕਾਰਜ ਰਾਸ ਆ ਜਾਂਦੇ ਆ। ਇਸ ਕਰਕੇ ਬੀਬੀ ਜੀ ਹੁਣ ਸ਼ਬਦ ਵਿੱਚ ਸਾਰਾ ਕੁਝ ਹੀ ਮਹਾਰਾਜ ਨੇ ਦੱਸ ਦਿੱਤਾ। ਇਹ ਠੀਕ ਹੈ, ਦੁੱਖ ਤੇ ਹੈ, ਪਰ ਤੁਸੀਂ ਮਹਾਰਾਜ ਦੇ ਸੰਗੀ ਆ, ਮਹਾਰਾਜ ਤੁਹਾਡੇ ਜ਼ਿੰਮੇਵਾਰ ਹੈ। ਜਦੋਂ ਆਪਾਂ ਉਹਨਾਂ ਤੇ ਛੱਡ ਦਿਆਂਗੇ ਨਾ, वो सारे कारज पे आपे ही। गोपाल तेरा आरता, जो जम तुमरी भगत करन ते तिनके काज सवार करी जांदा। नानक को गुरपूरा भेटो। धन गुरु नानक साहब सच्चे पातशाह ने बड़ी महान किरपा की, सानू पूरे सतगुरां दा, पूरे महापुरखां दा मिलाप होया। सगले दुख विनाशे, वो जिन्ने भी दुख आ ना, जम्मन मरण दे है तो बहुत तरह के, उन्होंने कृपा हो जाए सारे नाश हो जाते। ये सत्संगियों, सतगुरु जी की पावन पवित्र बाणी का उपदेश आप सारिया संगतां ने महापुरखां के तप स्थान से धन धन गुरु ग्रंथ साहिब महाराज के चरणों बह के बड़ी श्रद्धा भगती ने सरवण किया है। गुरु महाराज कृपा करन, जिमें भाई जसा सिंह अपनी प्रीति इस स्थान के नाल संगत निभाया है। तुसीं सारे ही अरदास करो कि साडी प्रीति भी इस तरह महाराज के चरणों के नाल निभ जाए। क्योंकि प्रीत प्रीत गुरिया मोहन लालना, जप मन एक है अवर नहीं को लेखा। संत लाग मने छाड़, दुबदा की दुबदा दी पग डंडी छड्ड के ये जिहड़ा गुरमत गाड़ी राह आ, इहदे ते चलो, महाराज आपे मेहर करनगे। इन्नियां बेनतियां प्रवान करनियां। बाबा अमरजीत सिंह जी, सारे सेवादार, सारियां दूरों नेड़ों दीयां संगतां, ग्रंथी सिंह, रागी सिंह, समुची संगत आई बहुत बहुत धन्यवाद। महाराज मेहर कर इस तरह अपने चरणों में प्यार बनाई रखन और इस तरह सेवा करके महापुरखों दी खुशियां प्राप्त करते रहिए। वाहिगुरू जी का खालसा, वाहिगुरू जी की